हाँ जी स्टूडेंट्स, की हाल है जी। मैं फिर तो एक बारी ਤੁਹਾਡੇ ਸਾਹਮਣੇ ਸਕੋਪ ਅਕੈਡਮੀ ਗੁਰਦਾਸਪੁਰ ਤੋਂ ਅੱਜ ਅਸੀਂ ਅੱਗੇ ਸਟੱਡੀ ਕਰਨ ਜਾ ਰਹੇ ਹਾਂ। ਅੱਜ ਅਸੀਂ 12th ਦੀ ਫਿਜ਼ਿਕਸ ਦਾ ਪਹਿਲੇ ਯੂਨਿਟ ਦਾ ਲਾਸਟ ਚੈਪਟਰ, ਜੀ ਬਿਲਕੁਲ ਲਾਸਟ ਚੈਪਟਰ, ਉਹ ਸ਼ੁਰੂ ਕਰਨ ਜਾ ਰਹੇ ਹਾਂ। ਹੋਪ ਸੋ ਤੁਸੀਂ ਪਿਛਲਾ ਕੰਮ ਕੰਪਲੀਟ ਕਰ ਲਿਆ ਹੋਏ। ਤੁਹਾਨੂੰ ਯਾਦ ਹੈ ਤੁਸੀਂ ਕੁਝ ਕੁਐਸਚਨ ਪੁੱਛੇ ਸੀ ਪਿਛਲੇ ਕੰਮ ਦੇ ਰਿਗਾਰਡਿੰਗ। ਮੈਂ ਉਹਦਾ ਇੱਕ ਅਲੱਗ ਤੋਂ ਵੀਡੀਓ ਬਣਾ ਚੁੱਕਿਆ। ਉਹ ਵੀਡੀਓ ਤੁਸੀਂ ਦੇਖੋ, ਉਹ 'ਚ ਤੁਹਾਡੇ ਜੋ ਪ੍ਰੋਬਲਮ ਸੀ ਉਹ ਸੌਰਟ ਆਊਟ ਕਰ ਦਿੱਤੀਆਂ ਗਈਆਂ ਨੇ। ਛੇਤੀ ਹੀ ਚੈਪਟਰ ਨਾਲ ਜੁੜੇ ਹੋਏ ਨੂਮੈਰੀਕਲਸ ਨੂੰ ਅਲੱਗ ਤੋਂ ਕਰਵਾਇਆ ਜਾਏਗਾ। ਠੀਕ ਹੈ, ਅੱਜ ਦਾ ਜਿਹੜਾ ਟੌਪਿਕ ਹੈ, ਅੱਜ ਦਾ ਜਿਹੜਾ ਲਾਸਟ ਚੈਪਟਰ ਹੈ, ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ। ਇੰਟਰਸਟਿੰਗ ਕੀ ਹੈ, ਅੱਜ ਆਪਾਂ ਇੱਕ ਬੜੀ ਵਧੀਆ ਟਰਮ ਨਾਲ ਜੁੜਨ ਜਾ ਰਹੇ ਹਾਂ। ਸੋ ਆਓ ਸ਼ੁਰੂ ਕਰਦੇ ਹਾਂ। ਫਿਜ਼ਿਕਸ ਕਲਾਸ 12th ਲਾਸਟ ਯੂਨਿਟ ਜੋ ਹੈ ਉਹ ਹੈਗਾ ਇਲੈਕਟ੍ਰੀਕਲ ਕਪੈਸਿਟੈਂਸ ਦੇ ਨਾਮ ਤੋਂ। ਇਹ ਤੁਹਾਡਾ ਪੋਟੈਂਸ਼ੀਅਲ એનર્ਜੀ ਜਾਂ ਇਲੈਕਟ੍ਰਿਕ ਪੋਟੈਂਸ਼ੀਅਲ ਦੇ ਨਾਲ ਜੁੜਿਆ ਹੋਇਆ ਇੱਕ ਟੌਪਿਕ ਹੈ। ਸੋ ਆਓ ਪਹਿਲਾਂ ਗੱਲ ਕਰਦੇ ਹਾਂ ਕਪੈਸਿਟਰ ਕੀ ਚੀਜ਼ ਹੈ, ਇਹਦਾ ਸਾਡੇ ਲਈ ਕੀ ਯੂਜ਼ ਹੈ। ਦੇਖੋ, ਮੈਂ ਬਹੁਤ ਵਾਰ ਤੁਹਾਨੂੰ ਕਹਿ ਚੁੱਕਿਆ ਕਿ ਕਦੀ ਵੀ ਕੋਈ ਵੀ ਟੌਪਿਕ ਜਿਹੜਾ ਉਹਨੂੰ ਇੰਨਾ ਜ਼ਿਆਦਾ ਤੇਜ਼ੀ ਨਾਲ ਮਤ ਕਰੋ ਕਿ ਉਹਦੀ ਡੈਪਥ ਵੈਲਿਊ ਉਹਦੀ ਰੂਹ ਤੱਕ ਨਾ ਪਹੁੰਚ ਸਕੀ। ਸੋ ਮੈਂ ਤੁਹਾਨੂੰ ਬਿਲਕੁਲ ਫੀਲ ਦੇ ਕੇ ਪੜ੍ਹਾਉਣ ਜਾ ਰਿਹਾ, ਸੋ ਕੋਸ਼ਿਸ਼ ਕਰਿਓ ਕਿ ਤੁਸੀਂ ਵੀ ਫੀਲ ਦੇ ਕੇ ਪੜ੍ਹਿਓ। ਲਓ ਜੀ, ਗੱਲ ਕਰਦੇ ਹਾਂ ਕਪੈਸਿਟਰ ਦੀ। ਕਪੈਸਿਟਰ ਸਾਡੀ ਇਲੈਕਟ੍ਰੀਕਲ ਡਿਪਾਰਟਮੈਂਟ ਦੇ ਵਿੱਚ ਇੱਕ ਬਹੁਤ ਹੀ ਛੋਟੀ ਡਿਵਾਈਸ ਹੁੰਦੀ ਆ। ਉਹ ਡਿਵਾਈਸ ਜਿਹਦਾ ਖੁਦ ਦਾ ਆਕਾਰ ਤੇ ਬਹੁਤ ਛੋਟਾ ਵਾ, ਪਰ ਆਪਣੇ ਆਕਾਰ ਤੋਂ ਵੱਧ ਬਹੁਤ ਵੱਡੀ ਮਾਤਰਾ ਦੇ ਵਿੱਚ ਇਲੈਕਟ੍ਰੀਕਲ એનર્ਜੀ ਇਨ ਦਾ ਫਾਰਮ ਆਫ ਇਲੈਕਟ੍ਰੀਕਲ ਚਾਰਜ ਇਹ ਸਟੋਰ ਕਰਕੇ ਰੱਖਦੀ ਹੈ। ਇਟ ਇਜ਼ ਅ ਡਿਵਾਈਸ which store electrical energy in the form of electrical charge in very small and compact space. कैपेसिटर एक इस तरह की डिवाइस है जो कि बहुत ही छोटी जगह के उत्ते बहुत वड्डी मात्रा का चार्ज जिहड़ा वा वो अपने अंदर स्टोर करता, उन्होंने असी कैपेसिटर बोलते हैं। ठीक है, की जरूरत की है दी, क्यों लोड़ है कैपेसिटर दी, मैं ਇਹਦੇ ਤੇ थोड़ा ਜਿਹਾ ਡੈਪਥ ਦੱਸਦਾ। देखो बेटा, सही मायने ਦੇ ਵਿੱਚ ਬਹੁਤ ਸਾਰੀਆਂ ਇਲੈਕਟ੍ਰੀਕਲ ਡਿਵਾਈਸਿਸ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਸਟਾਰਟ ਕਰਨ ਵਾਸਤੇ ਬਹੁਤ ਵੱਡੇ ਅਮਾਉਂਟ ਦੇ ਇਲੈਕਟ੍ਰੀਕਲ ਕਰੰਟ ਦੀ ਜ਼ਰੂਰਤ ਹੁੰਦੀ ਹੈ, ਬਹੁਤ ਜ਼ਿਆਦਾ ਵੱਡੇ ਅਮਾਉਂਟ। ਪਰ ਫਿਰ ਵੀ ਅਗਰ ਉਹ ਇਲੈਕਟ੍ਰੀਕਲ ਕਰੰਟ ਦੀ ਗੱਲ ਕਰੀਏ ਤੇ क्या ਉਹ ਇਲੈਕਟ੍ਰੀਕਲ ਕਰੰਟ ਸਾਨੂੰ ਸਾਡੀ ਡਿਵਾਈਸਿਸ ਦੇ ਕੰਪੈਰੀਟਿਵਲੀ ਨਹੀਂ ਮਿਲੇ ਕਰਦਾ? ਮਿਲਦਾ ਵਾ, ਪਰ ਕੋਈ ਵੀ ਡਿਵਾਈਸ, ਇਲੈਕਟ੍ਰੀਕਲ ਡਿਵਾਈਸ, ਜਦੋਂ ਅਸੀਂ ਉਹਨੂੰ ਸਟਾਰਟ ਕਰਦੇ ਹਾਂ ਤੇ ਸਟਾਰਟ ਕਰਨ ਦੇ ਉੱਤੇ ਉਹਨੂੰ ਹੈਵੀ ਕਰੰਟ ਦੀ ਜ਼ਰੂਰਤ ਹੈ। ਇਟ ਰਿਕੁਆਇਰਸ ਸਮ ਹੈਵੀ ਅਮਾਉਂਟ ਆਫ ਕਰੰਟ। ਬਟ ਸਾਡੇ ਕੋਲ ਜਿਹੜੇ ਘਰਾਂ ਦੇ ਵਿੱਚ ਸਪਲਾਈ ਮਿਲਦੀ ਪਈ ਹੈ, ਉਸ ਸਪਲਾਈ ਦੇ ਉੱਤੇ ਉਹ ਹੈਵੀ ਕਰੰਟ, ਹੈਵੀ ਐਂਪੀਅਰ ਜਿਹੜਾ ਨਹੀਂ ਪਹੁੰਚ ਪਾਉਂਦਾ। ਵੈਸੇ ਤੇ ਤੁਹਾਨੂੰ ਇਹ ਕਨਫਰਮਡ ਹੋਏਗਾ ਹੀ ਕਿ ਸਾਡੇ ਕੋਲ ਜਿਹੜੇ ਇਲੈਕਟ੍ਰੀਕਲ ਫੈਨਸ ਨੇ ਉਹ ਤੁਹਾਡਾ 5 ਐਂਪੀਅਰ ਨੀਅਰ ਅਬਾਊਟ ਲੈਂਦਾ ਇੱਕ ਇਲੈਕਟ੍ਰੀਕਲ ਫੈਨ। ਠੀਕ ਹੈ, ਇੱਕ ਮਿੰਟ। हाँ, की गल कर रहे? हाँ, कैपेसिटर की जरूरत क्यों पैंदी है? कुछ डिवाइसेस इस तरह दी होंदियां जिन्हां डिवाइसेस नूं
ਜਦੋਂ ਅਸੀਂ ਸਟਾਰਟ ਕਰਦੇ ਹਾਂ ਤੇ ਹੈਵੀ ਅਮਾਉਂਟ ਆਫ ਕਰੰਟ ਦੀ ਜ਼ਰੂਰਤ ਪੈਂਦੀ ਹੈ। ਵੈਸੇ ਤੇ ਸਾਡੇ ਘਰਾਂ ਦੇ ਵਿੱਚ ਜਿਹੜਾ ਅਮਾਉਂਟ ਆਫ ਕਰੰਟ ਆਂਦਾ ਉਹ ਵੀ ਸਫੀਸ਼ੀਐਂਟ ਹੁੰਦਾ, ਪਰ ਉਹਦੇ ਵਿੱਚ ਮੈਕਸਿਮਮ ਤੋਂ ਮੈਕਸਿਮਮ ਇਹਦੀ ਵੈਲਿਊ 30 ਐਂਪੀਅਰ ਤੱਕ ਹੁੰਦੀ ਹੈ। ਔਰ ਇਹ 30 ਐਂਪੀਅਰ ਕਰੰਟ ਵੀ ਜਿਹੜਾ ਵਾ, ਇਹ 30 ਐਂਪੀਅਰ ਸਾਨੂੰ ਕਿੱਦਾਂ ਪਤਾ ਚੱਲਦਾ ਵਾ, ਜਿਹੜਾ ਤੁਸੀਂ ਯੂਜ਼ ਕਰਦੇ ਹੋ ਨਾ ਫਿਊਜ਼, ਇਲੈਕਟ੍ਰੀਕਲ ਫਿਊਜ਼, ਇਹ ਉਹਦੀ ਲਿਮਿਟ ਵੈਲਿਊ ਆ ਕਿ 30 ਐਂਪੀਅਰ ਜਿਹੜੀ ਆ ਉਹ ਮੈਕਸਿਮਮ ਵੈਲਿਊ ਆ। ਹੁਣ ਕੁਝ ਡਿਵਾਈਸਾਂ ਦੇ ਵਿੱਚ ਸਾਡੇ ਕੋਲ ਇਲੈਕਟ੍ਰੀਕਲ ਕਰੰਟ ਜਿਹੜਾ ਵਾ ਉਹ 25 ਤੋਂ 50 ਐਂਪੀਅਰ ਚਾਹੀਦਾ ਵਾ ਫॉर ਸਟਾਰਟ ਅਪ ਦਾ ਇਲੈਕਟ੍ਰੀਕਲ ਡਿਵਾਈਸ। ਇਲੈਕਟ੍ਰੀਕਲ ਡਿਵਾਈਸ ਨੂੰ ਸਟਾਰਟ ਕਰਨ ਵਾਸਤੇ ਹੀ ਸਾਨੂੰ ਹੈਵੀ ਅਮਾਉਂਟ ਆਫ ਕਰੰਟ ਦੀ ਜ਼ਰੂਰਤ ਹੁੰਦੀ ਹੈ। ਸੋ ਇੱਕ ਕਨਸਟੈਂਟ ਸਪਲਾਈ ਦੇ ਸਾਹਮਣੇ ਇੱਕ ਇਹੋ ਜੀ ਇਲੈਕਟ੍ਰੀਕਲ એનર્ਜੀ ਇਲੈਕਟ੍ਰੀਕਲ ਡਿਵਾਈਸ ਲਗਾ ਦਿੱਤੀ ਗਈ ਜਿਹਨੂੰ ਸਟਾਰਟ ਕਰਨ ਦੇ ਲਈ ਲਗਭਗ 50 ਐਂਪੀਅਰ ਅਗਰ ਕਰੰਟ ਚਾਹੀਦਾ, ਤੇ ਫਿਰ ਕੀ ਆ, ਕਪੈਸਿਟਰ ਕੀ ਕਰਦਾ ਵਾ, ਕਪੈਸਿਟਰ ਲਗਾਤਾਰ ਉਸ ਇਲੈਕਟ੍ਰੀਕਲ એનર્ਜੀ ਨੂੰ ਆਪਣੇ ਅੰਦਰ ਸਟੋਰ ਕਰੀ ਜਾਂਦਾ। ਔਰ ਜਦੋਂ ਵੀ ਇਸ ਇਲੈਕਟ੍ਰੀਕਲ ਡਿਵਾਈਸ ਨੂੰ ਔਨ ਕੀਤਾ ਜਾਂਦਾ ਤੇ ਇਹ ਬਹੁਤ ਤੇਜ਼ੀ ਨਾਲ ਐਡਵਾਂਸ ਸਡਨਲੀ ਇੱਕਦਮ ਕੁਇਕਲੀ ਇਹ ਹੈਵੀ ਅਮਾਉਂਟ ਆਫ ਕਰੰਟ ਜਿਹੜਾ ਵਾ ਇਹ ਪ੍ਰੋਵਾਈਡ ਕਰਵਾ ਦਿੰਦਾ ਉਸ ਇਲੈਕਟ੍ਰੀਕਲ ਡਿਵਾਈਸ ਨੂੰ, ਜਿਹਦੇ ਨਾਲ ਉਹ ਇਲੈਕਟ੍ਰੀਕਲ ਡਿਵਾਈਸ ਜੋ ਹੈ ਚੱਲਣਾ ਸ਼ੁਰੂ ਕਰ ਦਿੰਦੀ ਹੈ। ਹਾਂ, ਇਲੈਕਟ੍ਰੀਕਲ ਡਿਵਾਈਸ ਚੱਲਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਉਹਦੇ ਅੰਦਰ ਜਿਹੜੀ ਕਰੰਟ ਦੀ ਰਿਕੁਆਇਰਮੈਂਟ ਹੈਗੀ ਆ ਉਹ ਘਟ ਜਾਂਦੀ ਹੈ। ਠੀਕ ਹੈ, ਇਹ ਲਗਭਗ ਪਤਾ ਕਿਸ ਤਰ੍ਹਾਂ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। ਚਲੋ ਐਗਜ਼ਾਮਪਲ ਲੈ ਲੈਣੇ ਅੱਜ ਦੇ ਟਾਈਮ ਤੋਂ। ਸਾਡੇ ਕੋਲ ਆਪਾਂ ਬੁਲੇਟ ਵਗੈਰਾ ਦੀ ਗੱਲ ਦੇਖੀ ਆ, ਬੁਲੇਟ ਚਲਾਉਂਦੇ ਆ। ਜਦੋਂ ਬੁਲੇਟ ਨੂੰ ਸਟਾਰਟ ਅਪ ਕਰਦੇ ਆ, ਸਟਾਰਟ ਕਰਨ ਤੋਂ ਬਾਅਦ ਜਿੱਦਾਂ ਹੀ ਚਲਾਇਆ ਜਾਂਦਾ ਵਾ ਤੇ ਉਹਨੂੰ ਥੋੜਾ ਚਲਾਉਣਾ ਥੋੜਾ ਮੁਸ਼ਕਲ ਹੁੰਦਾ। ਕਿਉਂ? ਕਿਉਂਕਿ ਸਟੈਟਿਕ ਫ੍ਰਿਕਸ਼ਨ ਇੱਕ ਅਪਰ ਵੈਲਿਊ ਹੈ। ਪਰ ਜਦੋਂ ਹੀ ਸਾਡਾ ਬੁਲੇਟ ਕੁਝ ਟਾਈਮ ਬਾਅਦ ਇੱਕ ਮੋਸ਼ਨ ਦੇ ਵਿੱਚ ਆ ਜਾਂਦਾ ਵਾ ਜੋ ਕਿ ਕਾਈਨੈਟਿਕ એનર્ਜੀ ਲੈ ਲੈਂਦਾ, ਤੇ ਫਿਰ ਕਾਈਨੈਟਿਕ ਫ੍ਰਿਕਸ਼ਨ ਜਿਹੜੀ ਆ ਸਟੈਟਿਕ ਫ੍ਰਿਕਸ਼ਨ ਤੋਂ ਘੱਟ ਹੁੰਦੀ ਆ, ਇਸ ਕਰਕੇ ਬੁਲੇਟ ਬਹੁਤ ਸਮੂਥਲੀ ਚੱਲਦਾ। ਉਸੇ ਤਰ੍ਹਾਂ ਹੀ ਸਾਡੀ ਇਲੈਕਟ੍ਰੀਕਲ ਡਿਵਾਈਸਿਸ ਸਟਾਰਟਅਪ ਟਾਈਮ ਦੇ ਉੱਤੇ ਇਹਨੂੰ ਹੈਵੀ ਅਮਾਉਂਟ ਆਫ ਕਰੰਟ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਕਪੈਸਿਟਰ ਇੱਕ ਇਹੋ ਜੀ ਡਿਵਾਈਸ ਹੈ ਜੋ ਉਸ ਕਰੰਟ ਨੂੰ ਆਪਣੇ ਅੰਦਰ ਸਟੋਰ ਕਰਦਾ, ਉਸ ਇਲੈਕਟ੍ਰੀਕਲ એનર્ਜੀ ਨੂੰ ਆਪਣੇ ਅੰਦਰ ਸਟੋਰ ਕਰਦਾ, ਔਰ whenever it require it just distribute to the device, ਤੇ ਇਹ ਡਿਵਾਈਸ ਨੂੰ ਡਿਸਟ੍ਰੀਬਿਊਟ ਕਰ ਦਿੰਦਾ, ਜਿਹਦੇ ਨਾਲ ਕੀ ਹੈ ਕਿ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉੱਥੇ ਉਹ એનર્ਜੀ ਦੀ ਆਪੂਰਤੀ ਕਰਦਾ, ਉੱਥੇ ਉਹਦੀ ਰਿਕੁਆਇਰਮੈਂਟ ਨੂੰ ਕੰਪਲੀਟ ਕਰਦਾ। ਸੋ ਇਹ ਤੇ ਹੋਇਆ ਤੁਹਾਡੇ ਕੋਲ ਕਪੈਸਿਟਰ ਦੀ ਰਿਕੁਆਇਰਮੈਂਟ। ਠੀਕ ਹੈ, ਵੈਸੇ ਕਪੈਸਿਟਰ ਦੀ ਬਜਾਏ ਕੁਝ ਹੋਰ ਡਿਵਾਈਸਿਸ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਪਰ ਕੋਈ ਵੀ ਡਿਵਾਈਸ ਕਪੈਸਿਟਰ ਤੋਂ ਜ਼ਿਆਦਾ ਕਪੈਸਿਟਰ ਤੋਂ ਜ਼ਿਆਦਾ ਵਰਕ ਨਹੀਂ ਕਰਦੀ। ਕਪੈਸਿਟਰ ਦੀ ਮੈਕਸਿਮਮ ਅਮਾਉਂਟ ਆਫ इलेक्ट्रिकल एनर्जी जो है प्रोवाइड करवा रहा। ठीक है जी, इतने तक समझ आ गया। सो इट इज अ डिवाइस टू स्टोर लार्ज अमाउंट ऑफ चार्ज इन वेरी स्मॉल स्पेस। कैपेसिटर ਨੂੰ ਇੱਕ ਹੋਰ ਨਾਮ ਵੀ ਦਿੱਤਾ ਜਾਂਦਾ, ਕੰਡੈਂਸਰ। ਆਪਾਂ ਇਹਨੂੰ ਕੰਡੈਂਸਰ ਵੀ ਬੋਲਦੇ ਆ। ਇਹ ਕਿਤੇ ਤੁਸੀਂ ਦੇਖਿਆ ਕੈਪੈਸਿਟਰ ਹੈ ਧਿਆਨ ਚ? ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। ਘਰਾਂ ਦੇ ਵਿੱਚ ਸਾਡੇ ਕੋਲ ਫੈਨਸ ਨੇ, ਉਹ ਫੈਨਸ ਦੇ ਉੱਤੇ ਰੋਡ ਦੇ ਨਾਲ ਇੱਕ ਵਾਈਟ ਕਲਰ ਦਾ ਸੈੱਲ ਲੱਗਿਆ ਹੁੰਦਾ, ਉਹ ਤੁਹਾਡਾ ਕੈਪੈਸਿਟਰ ਹੀ ਹੈ। ਠੀਕ ਹੈ, ਵਾਈਟ ਕਲਰ ਦਾ ਸੈੱਲ ਲੱਗਾ ਹੁੰਦਾ, ਇਹ ਤੁਹਾਡਾ ਕੈਪੈਸਿਟਰ ਹੀ ਹੈ। ਅਗਰ ਕੰਪੈਰੀਬਲ ਸਟੱਡੀ ਦੀ ਗੱਲ ਕਰੀਏ ਤੇ ਕੰਪੈਰੀਬਲ ਸਟੱਡੀ ਵਿੱਚ ਤੁਸੀਂ 10th ਕਲਾਸ ਵਿੱਚ ਰੈਜ਼ਿਸਟੈਂਸ ਪੜਿਆ ਸੀ। ਰੈਜ਼ਿਸਟੈਂਸ ਤੁਹਾਡੇ ਕਰੰਟ ਨੂੰ ਡਿਕਰੀਜ਼ ਕਰਦਾ, ਜਦ ਕਿ ਜਿਹੜਾ ਕੈਪੈਸਿਟਰ ਹੈ, ਕੈਪੈਸਿਟਰ ਇੱਕ ਇਦਾਂ ਦੀ ਡਿਵਾਈਸ ਹੈ ਜੋ ਕਿ ਤੁਹਾਡੇ ਕਰੰਟ ਦੀ ਵੈਲਿਊ ਨੂੰ ਇਨਕਰੀਜ਼ ਕਰਦੀ ਹੈ। ਠੀਕ ਹੈ, ਉਸ ਤੋਂ ਇਲਾਵਾ ਕਾਫੀ ਸਾਰੀਆਂ ਡਿਵਾਈਸਿਸ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ। ਹਾਂ, ਤੁਸੀਂ ਘਰਾਂ ਦੇ ਵਿੱਚ ਜਿਹੜੀ ਮੋਟਰ ਯੂਜ਼ ਕਰਦੇ ਹੋ, ਠੀਕ ਹੈ, ਜਿਹੜਾ ਸਮਰਸੀਬਲ ਯੂਜ਼ ਕਰਦੇ ਹੋ, ਉਹ ਅਗਰ ਤੁਸੀਂ ਉਸ ਡੱਬੇ ਨੂੰ ਦੇਖੋਗੇ ਨਾ, ਜਿਹੜੇ ਡੱਬੇ ਤੋਂ ਤੁਸੀਂ ਔਨ ਕਰਦੇ ਪਿਓ, ਉਹ ਸਟਾਰਟਅਪ ਸਵਿਚ ਬਾਕਸ ਜਿਹੜਾ, ਉਹਨੂੰ ਖੋਲੋਗੇ ਤੇ ਉਹਦੇ ਵਿੱਚ ਇੱਕ ਕਾਫੀ ਵੱਡਾ ਜਿਹਾ ਕੈਪਸੂਲ ਦੀ ਸ਼ੇਪ ਦਾ ਇੱਕ ਕੈਪੈਸਿਟਰ ਪਿਆ ਹੋਏਗਾ। ਸੇਮ ਕੰਮ ਕਰੇ ਕਰਦਾ, ਹੈਵੀ ਅਮਾਉਂਟ ਆਫ ਕਰੰਟ ਪ੍ਰੋਵਾਈਡ ਕਰਵਾ ਰਿਹਾ। ਉਸ ਤੋਂ ਇਲਾਵਾ
हाँ उस तो इलावा ਇਹ ਤੇ ਤੁਹਾਡੀ ਬੁੱਕ ਦੇ ਵਿੱਚ ਵੀ ਹੈ ਕੀ ਹੈ ਭਲਾ ਤੁਹਾਡੇ ਜਿਹੜੇ ਕੈਮਰਾ ਨਹੀਂ ਹੁੰਦੇ ਉਹਦੀ ਜਿਹੜੀ ਫਲੈਸ਼ ਹੈ ਕੈਮਰਾ ਉਹਦੀ ਜਿਹੜੀ ਫਲੈਸ਼ ਹੈ ਉਹ ਬਹੁਤ ਜ਼ਿਆਦਾ ਫਲੈਸ਼ ਕਰਦਾ ਕੈਮਰਾ। ਉਹ ਕਿੱਦਾਂ ਫਲੈਸ਼ ਇੰਨੀ ਜ਼ਿਆਦਾ ਕਰ ਲੈਂਦਾ ਜਦ ਕਿ ਉਹਦੇ 'ਚ ਤੇ ਥੋੜੇ ਛੋਟੇ ਜਿਹੇ ਸੈੱਲ ਲੱਗੇ ਹੁੰਦੇ ਆ, ਫਿਰ ਉਹ ਕਿੱਦਾਂ ਕਰ ਲੈਂਦਾ? ਉਹਨਾਂ ਕੈਮਰਾ ਦੇ ਵਿੱਚ ਵੀ ਥੋੜੇ ਸਮਾਲਰ ਸਾਈਜ਼ ਦੇ ਕਪੈਸਿਟਰ ਹੋਣਗੇ, ਠੀਕ ਹੈ। ਇੱਕ ਕੈਮਰਾ ਵੀ ਫਲੈਸ਼ ਕਰਨ ਵੇਲੇ 25 ਐਂਪੀਅਰ ਤੱਕ ਦਾ ਕਰੰਟ ਜਿਹੜਾ ਵਾ ਯੂਟਿਲਾਈਜ਼ ਕਰਦਾ। ਤਦੇ ਤੇ ਜਿੱਥੇ ਫਲੈਸ਼ ਹੁੰਦੀ ਹੈ ਉਸ ਸਾਈਡ ਦੇ ਉੱਤੇ ਪੂਰੀ ਦੀ ਪੂਰੀ ਲਾਈਟ ਹੀ ਲਾਈਟ ਹੋ ਜਾਂਦੀ ਹੈ। ਇਟ ਮੀਨਸ ਕਿ ਕਪੈਸਿਟਰ ਸਾਡੀ ਹਰੇਕ ਇਲੈਕਟ੍ਰੀਕਲ ਡਿਵਾਈਸ 'ਚ ਜਿੱਥੇ ਹੈਵੀ ਅਮਾਉਂਟ ਆਫ ਕਰੰਟ ਦਾ ਜ਼ਰੂਰਤ ਹੈ ਉੱਥੇ ਯੂਜ਼ ਹੁੰਦਾ। ਇਹਨਾਂ ਦੀ ਅਲੱਗ-ਅਲੱਗ ਰੇਂਜ ਹੋ ਸਕਦੀ ਹੈ, ਅਲੱਗ-ਅਲੱਗ ਰਿਕੁਆਇਰਮੈਂਟ ਆਫ ਡਿਵਾਈਸ ਦੇ ਹਿਸਾਬ ਨਾਲ, ਠੀਕ ਹੈ। ਇਸ ਹਿਸਾਬ ਨਾਲ ਅਗਰ ਅਸੀਂ ਗੱਲ ਕਰੀਏ ਸਾਡੇ ਘਰਾਂ ਦੇ ਵਿੱਚ ਰੈਫਰੀਜਰੇਸ਼ਨ ਦੀ ਜਾਂ ਏਸੀ 에ਅਰ ਕੰਡੀਸ਼ਨਰ ਉਹਨਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਤੇ ਇਹਨਾਂ ਦੀ ਵੈਲਿਊ ਹੋਰ ਵੀ ਜ਼ਿਆਦਾ ਹੋਏਗੀ, ਕਪੈਸਿਟਰ ਹੋਰ ਵੀ ਵਧੀਆ ਤਰੀਕੇ ਨਾਲ ਵਰਕ ਕਰਨਗੇ। ਸੋ capacitor is a device which store large amount of current or electrical charge, and whenever this electrical current or charge is requireable it gives huge amount of current to the device and device work within its potential। फिर ये device अपनी potential ਦੇ ਉੱਤੇ ਕੰਮ ਕਰਦੀ ਹੈ, ਠੀਕ ਹੈ। ਹੁਣ ਗੱਲ ਆਉਂਦੀ ਹੈ ਕਿ ਸਾਡੇ ਕੋਲ ਜਿਹੜੀ ਕਪੈਸਿਟਰ ਹੈ ਇਹਦੇ ਨਾਲ ਇੱਕ ਜੁੜੀ ਹੋਈ ਇਹਦੀ ਇੱਕ ਬੜੀ ਹੀ ਵਧੀਆ ਪ੍ਰੋਪਰਟੀ ਦੀ ਜਿਹਦਾ ਨਾਮ ਹੈਗਾ ਕਪੈਸਿਟੈਂਸ। ਕਪੈਸਿਟੈਂਸ मतलब ability of capacitor या फिर कंडक्टर भी कह सकते हो टू स्टोर मैक्सिमम amount of electrical charge कोई भी डिवाइस मान लो मैं इन्हों कैपेसिटर नाम दे देना, वैसे बुक में इन्हों कंडक्टर भी कहा गया। कैपेसिटर या कंडक्टर दी ओ पोटेंशियल ओ समर्था ओ कैपेसिटी कि यह अपने अंदर कितना ज़्यादा चार्ज सोख सकती है, इनू आपां ਇਹਦੀ कैपेसिटेंस ਦਾ ਨਾਮ ਦਿੰਦੇ ਆ, ठीक है। कैपेसिटेंस is the potential of a charge that capacitance is the potential of a conductive body that how much it can hold charge, ਕਿੰਨਾ ਇਹ ਚਾਰਜ ਹੋਲਡ ਕਰ ਸਕਦੀ ਹੈ। ਪ੍ਰੈਕਟੀਕਲੀ ਸਾਨੂੰ ਇਹ ਚੀਜ਼ ਕਨਫਰਮਡ ਹੋਈ ਕਿ ਜਿਹੜਾ ਕਪੈਸਿਟੈਂਸ ਹੈ ਜਿਹੜਾ ਕਿਸੇ ਵੀ ਬੋਡੀ ਦਾ ਜਿਹੜਾ ਪੋਟੈਂਸ਼ੀਅਲ ਹੈ, ਠੀਕ ਹੈ, ਉਹ ਉਨਾ ਵਧੀ ਜਾਂਦਾ ਜਿੰਨਾ ਅਸੀਂ ਉਹਨੂੰ ਚਾਰਜ ਦੇਈ ਜਾਂਦੇ ਆ। ਇਟ ਮੀਨਸ ਅਗਰ ਮੰਨ ਲਓ ਇਹ ਸਾਡੇ ਕੋਲ ਬੋਡੀ ਹੈ ਔਰ ਮੈਂ ਇਹਦੇ ਉੱਤੇ ਚਾਰਜ ਪ੍ਰੋਵਾਈਡ ਕਰਵਾਉਣਾ Q ਦੇ ਹਿਸਾਬ ਨਾਲ, ਜਿਸ ਤਰ੍ਹਾਂ ਮੈਂ ਇਹਦਾ ਚਾਰਜ ਇਹਨੂੰ ਦੇਈ ਜਾਵਾਂਗਾ, ਜਿੰਨਾ ਮੈਂ ਇਹਨੂੰ ਚਾਰਜ ਦੇਵਾਂਗਾ ਇਸ ਬੋਡੀ ਦੇ ਉੱਤੇ ਪੋਟੈਂਸ਼ੀਅਲ ਜਿਹੜਾ ਵਾ ਉਨਾ ਹੀ ਰਾਈਜ਼ ਹੋਈ ਜਾਏਗਾ। ਜਿੰਨਾ ਚਾਰਜ, ਕਿਉਂਕਿ ਆਪਾਂ ਪੜ੍ਹੀ ਨਾ ਇਹਦੀ ਡੈਫੀਨੇਸ਼ਨ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਹੈਗੀ ਆ ਦਾ ਅਮਾਉਂਟ ਆਫ वर्क डन टू मूव द चार्ज। इस करके जिन्ना मैं चार्ज देई जावांगा उन्ना ही ज़्यादा वर्क पोटेंशियल जिहड़ा वा वो इंक्रीज होएगा। हुण इस डायरेक्टली प्रोपोर्शनल दे साइन अगर आपां चेंज कर दिए, हटा दिए, तो इस जगह दे उत्ते आपां लगाने आ की भला कांस्टेंट की है, ए प्रोपोर्शनैलिटी कांस्टेंट है फॉर एनी डिवाइस। इनू आपां की बोलते हैं कैपेसिटेंस, ठीक है। C is a constant which is called capacitance। C ਇੱਥੇ ਇੱਕ कांस्टेंट है जिन्हों ਅਸੀਂ कैपेसिटेंस ਦਾ ਨਾਮ ਦਿੰਨੇ ਆ। ਇਹ ਲਗਭਗ ਓਹਮਸ ਲਾ ਦੀ ਤਰ੍ਹਾਂ ਹੀ ਨਹੀਂ। ਓਹਮਸ ਲਾ ਦੇ ਵਿੱਚ रिलेशनशिप ਤੁਹਾਡਾ पोटेंशियल डिफरेंस और पोटेंशियल और इलैक्ट्रिकल करंट ਚ ਸੀ, और ਉੱਥੇ कांस्टेंट ਜਿਹੜਾ ਆਇਆ ਸੀ ਉਹ रेजिस्टेंस ਆਇਆ ਸੀ, ठीक है। इतों तक समझ आ गया बेटा जी? चलिया पता इतों तक? ठीक है। हाँ जी।
ਤੇ ਸੋ ਕਪੈਸਿਟਰ ਦਾ ਫਾਰਮੂਲਾ ਕੀ ਡਰਾਈਵ ਹੈ ਕਿ ਐਕਚੁਅਲ ਚ ਬੇਟਾ ਕਪੈਸਿਟੈਂਸ ਦਾ ਫਾਰਮੂਲਾ ਡਰਾਈਵ ਕਰਨ ਦੀ ਕੋਈ ਹੈ ਨਹੀਂ ਹੈ, ਇਹ ਇੱਕ ਟਰੂਥ ਹੈ। ਠੀਕ ਹੈ, ਜਦੋਂ ਕੋਈ ਚੀਜ਼ ਟਰੂਥ ਹੁੰਦੀ ਹੈ ਤੇ ਉਹ ਵੈਰੀਫਾਈਡ ਹੁੰਦੀ ਹੈ, ਐਕਸਪੈਰੀਮੈਂਟਲੀ ਵੈਰੀਫਾਈਡ ਹੁੰਦੀ ਹੈ, ਫਿਰ ਡੈਰੀਵੇਸ਼ਨ ਦਾ ਤਾਂ ਕੋਈ ਮਤਲਬ ਨਹੀਂ ਬਣਦਾ। ਡੈਰੀਵੇਸ਼ਨ ਉਦੋਂ ਕੱਢੀ ਜਾਂਦੀ ਹੈ ਜਦੋਂ ਇੰਡਾਇਰੈਕਟਲੀ ਵੇ ਨਾਲ ਇੱਕ ਫਿਜ਼ੀਕਲ ਕੁਆਂਟੀਟੀ ਦੂਜੀ ਫਿਜ਼ੀਕਲ ਕੁਆਂਟੀਟੀ ਨਾਲ ਜਾ ਕੇ ਕੋਰਿਲੇਟ ਕਰਦੀ ਹੈ। ਠੀਕ ਹੈ, ਚਲੋ ਇਹ ਗੱਲ ਆਉਂਦੀ ਹੈ ਤੁਹਾਡੇ ਕੋਲ ਕਿ ਜਿੰਨਾ ਵੀ ਚਾਰਜ ਅਸੀਂ ਕਿਸੇ ਵੀ ਕੰਡਕਟਰ ਜਾਂ ਕਪੈਸਿਟਰ ਨੂੰ ਦੇਈ ਜਾਂਦੇ ਆ ਉਹਦੀ ਪੋਟੈਂਸ਼ੀਅਲ ਵਿੱਚ ਰਾਈਜ਼ ਅਪ ਆਉਂਦਾ ਵਾ। ਸੋ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ C ਇੱਥੇ ਲਗਾ ਦਿੱਤਾ ਗਿਆ। C ਹੀ ਅਸਲ ਦੇ ਵਿੱਚ ਉਹ ਪ੍ਰੋਪਰਟੀ ਆ ਕਿਸੇ ਕੰਡਕਟਰ ਦੀ ਜਿਹਨੂੰ ਕਪੈਸਿਟੈਂਸ ਕਿਹਾ ਗਿਆ, ਔਰ ਇਹ ਇੱਥੇ ਇੱਕ ਕਨਸਟੈਂਟ ਦੇ ਤੌਰ ਤੇ ਯੂਜ਼ ਹੁੰਦੀ ਹੈ। ਇਹਦੀ ਵੈਲਿਊ ਫਿਰ ਕਿੰਨੀ ਨਿਕਲ ਕੇ ਆਉਂਦੀ ਹੈ? C ਦੀ ਵੈਲਿਊ ਨਿਕਲ ਕੇ ਆਉਂਦੀ ਹੈ Q/V, यानी कि चार्ज डिवाइडेड बाय पोटेंशियल। ते C एक कांस्टेंट वैल्यू है, यह एक कांस्टेंट वैल्यू है क्योंकि जे चार्ज किसी भी बॉडी के उत्ते किसी कंडक्टर ते राइज करेगा तो उसकी पोटेंशियल भी उन्नी ही राइज करनी है क्योंकि यह डायरेक्टली प्रोपोर्शनल है आपस में। सो जी कैपेसिटेंस है वो किसी भी बॉडी वास्ते एकदम कांस्टेंट है। हाँ, पर यह चीज कुछ चीज़ों ते डिपेंड करती है। यह डिपेंड किस चीज़ ते करती है? ये एक ते डायमेंशनस ते डिपेंड करती है। बॉडी की डायमेंशन की है लगभग रेजिस्टेंस की तरह ही, जिस तरह रेजिस्टेंस लेंथ और रेजिस्टेंस एरिया ऑफ क्रॉस सेक्शन ते डिपेंड करती सी, उस तरह ही ताड़ी कैपेसिटेंस भी जो है वो डिपेंड करती है डायमेंशनस के उत्ते, कंडक्टर दी डायमेंशनस किहड़ियां ने। इसे बेस के उत्ते अगे आपां अलग अलग कैपेसिटेंस देखनी है, अलग अलग कैपेसिटर्स दी कैपेसिटर दी शेप चेंज होने दे उत्ते आपां कैपेसिटेंस दे विच बदलाव नूं देखना वा। ठीक है, अच्छा डायमेंशन दे नाल नाल साडी जिहड़ी कैपेसिटेंस हैगी आ ਉਹ मटीरियल ते भी डिपेंड करदी है कि किहड़ा मटीरियल तुसी यूज करदे पे हो या किहड़े मीडियम दे विच तुसी कैपेसिटेंस दी गल करे करदे हो। मटीरियल मीडियम कह लो या वैक्यूम या एयर की गल होएगी, इस करके साडी कैपेसिटेंस जिहड़ी आ वो डायमेंशन मटीरियल या मीडियम ते गल करदे आ आपां, इन्हां ते ही डिपेंड करदी है। सो इत्थों तक ते गल होई कि कैपेसिटर की है। कैपेसिटर एक डिवाइस है जो कि लार्ज अमाउंट ऑफ डाटा स्टोर कर, लार्ज अमाउंट ऑफ चार्ज स्टोर करे करदा अपने विच। हालांकि इसदा साइज बहुत छोटा वा पर इहदे विच भर भर के चार्ज भरिया होया। ठीक है, दूसरे पासे गल करिए कि कैपेसिटेंस की चीज है। कैपेसिटेंस किसी कैपेसिटर या कंडक्टर की वो प्रॉपर्टी है कि हाउ मच इट कैन होल्ड द चार्ज, कितना है चार्ज होल्ड कर सकता। ठीक है, सो एक तो बाद इत्थे डिपेंड करता है कि ये यूनिट की है, यूनिट ऑफ कैपेसिटेंस। ठीक है, सानू पता C की है Q/V। व्हाट इज Q? Q तुहाडे कोल है Q तुहाडे कोल है कूलम्स और V वोल्ट। ठीक है, कूलम वोल्ट। कूलम वोल्ट इनवर्स ਨੂੰ ਆਪਾਂ ਇੱਕ ਫੈਰਡ ਵੀ ਬੋਲਦੇ ਆ। ਸੋ ਤੁਹਾਡੇ ਕੋਲ ਜਿਹੜੇ SI ਯੂਨਿਟ ਹੈ ਕਪੈਸਿਟੈਂਸ ਦੇ ਉਹ ਕੀ ਨੇ? ਫੈਰਡ ਨੇ। ਕੂਲਮ ਵੋਲਟ ਇਨਵਰਸ। ਫਿਰ ਇੱਥੇ ਡੈਫੀਨੇਸ਼ਨ ਕੀ ਬਣੀ? 1 capacitance of any कंडक्टर कह लो या कैपेसिटर कह लो is said to be 1 farad if its potential rises to 1 volt when 1 coulomb of charge given to it। मतलब कि किसी भी तरह के कंडक्टर दी, कोई भी कंडक्टर है उसकी कैपेसिटेंस 1 फैरड होएगी अगर असी उस कंडक्टर नू 1 कूलम चार्ज प्रोवाइड करवा देने आ ते ओदी पोटेंशियल जिहड़ी आ वो 1 वोल्ट तक राइज करती है। ते आपां कहांगे कि साडा जिहड़ा कंडक्टर है ओदी कैपेसिटी, ओदी कैपेसिटेंस 1 फैरड है। सो इट इज द डेफिनेशन ऑफ 1 फैरड
1 ਫੈਰਡ ਐਸਾ ਯੂਨਿਟ ਜੋ ਕਿ ਕਪੈਸਿਟੈਂਸ ਦੇ ਨੇ ਪ੍ਰੈਕਟੀਕਲ ਯੂਨਿਟ ਨਹੀਂ ਆ। ਇਹ ਬਹੁਤ ਵੱਡੇ ਯੂਨਿਟ ਹੈ। 1 ਫੈਰਡ ਨੂੰ ਆਪਾਂ ਆਪਣੀ ਰੀਅਲ ਲਾਈਫ ਦੇ ਵਿੱਚ ਯੂਜ਼ ਨਹੀਂ ਕਰਦੇ। ਸਾਡੇ ਕੋਲ ਜਿੰਨੇ ਵੀ ਤੁਸੀਂ ਇਹਦੇ ਨਾਲ ਜੁੜੇ ਹੋਏ ਨੂਮੈਰੀਕਲਸ ਦੇਖੋਗੇ, ਤੁਸੀਂ ਇਹਦੀ ਵੈਲਿਊ ਮਾਈਕਰੋ ਫੈਰਡ ਦੇ ਵਿੱਚ ਯੂਜ਼ ਕਰਨੀ ਹੈ। ਇਹਦੇ ਵਿੱਚ ਇਹਦੀ ਵੈਲਿਊ ਜਿਹੜੀ ਆ ਫੈਰਡ ਜਿਹੜਾ ਵਾ ਹੈ ਐਸਾ ਯੂਨਿਟ ਹੈ, ਪਰ ਐਸਾ ਯੂਨਿਟ ਹੋਣ ਦੇ ਬਾਵਜੂਦ ਵੀ ਅਸੀਂ ਇਹਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਯੂਜ਼ ਨਹੀਂ ਕਰਦੇ ਕਿਉਂਕਿ ਇਹ ਬਹੁਤ ਵੱਡੇ ਯੂਨਿਟ ਹੈ। ਇਸ ਤਰ੍ਹਾਂ ਦੇ ਕੰਡਕਟਰ ਜਿਹੜੇ ਆ ਪੋਸੀਬਲ ਹੀ ਨਹੀਂ ਹੋਣੇ ਜਿਹੜੇ ਕਿ ਅਰਥ ਦੇ ਉੱਤੇ ਹੋਣ ਔਰ ਜਿਨ੍ਹਾਂ ਦੀ ਕੈਪੈਸਿਟੀ 1 ਫੈਰਡ ਹੋਏ। ਠੀਕ ਹੈ, ਬਿਲਕੁਲ ਜੀ ਬਿਲकुल नहीं होंगे। ठीक, ਉਹਦਾ ਕਾਰਨ ਦੱਸਦਾ ਮੈਂ ਤੁਹਾਨੂੰ ਹੁਣੇ। ਠੀਕ ਹੈ, ਇੱਥੇ ਤੱਕ ਨੋਟ ਕਰ ਲਓ। व्हाट इज 1 फैरड? ठीक, सो ਕੀ ਕੰਕਲੂਡ ਹੋਇਆ? ਇਹ ਕੰਕਲੂਡ ਹੋਇਆ ਕਿ ਕਿਸੇ ਵੀ ਕਪੈਸਿਟਰ ਜਾਂ ਕੰਡਕਟਰ ਦੀ ਜਿਹੜੀ ਕਪੈਸਿਟੈਂਸ ਹੈ ਉਹ ਦੋ ਵੈਲਿਊਜ਼ ਤੇ ਡਿਪੈਂਡ ਕਰੇ ਕਰਦੀ है। पहली वैल्यू चार्ज है जो कि न्यूमिनेटर है। इट मीनस कि कैपेसिटर जिन्ना ज़्यादा चार्ज अपने ते होल्ड कर ले आप कहांगे कि भाई उसकी कैपेसिटेंस से ज़्यादा। तो जे गल करिए पोटेंशियल की जो कि डिनोमीनेटर है, पोटेंशियल घट तो घट वधनी चाहिए। मतलब अगर मेरे को एक कैपेसिटर है और मैं उन्होंने दे रहा चार्ज, अगर मैं उन्होंने चार्ज दे जा रहा चार्ज और ਉਹਦੀ पोटेंशियल ਜਿਹੜੀ ਆ ਉਹ ਬਹੁਤ ਘੱਟ ਚੇਂਜ ਹੋ ਰਹੀ ਆ, स्मॉल जंप इन v, पोटेंशियल ਵਿੱਚ ਬਹੁਤ ਘੱਟ ਜੰਪ ਹੈ ਤੇ ਆਪਾਂ ਬੋਲਾਂਗੇ ਕੈਪੈਸਿਟੈਂਸ ਬਹੁਤ ਵਧੀਆ ਕੈਪੈਸਿਟਰ ਦੀ। ਪਰ ਅਗਰ ਕਿਸੇ ਵੀ ਚਾਰਜ ਨੂੰ ਜਿਸ ਤਰ੍ਹਾਂ ਹੀ ਕੈਪੈਸਿਟਰ ਤੇ ਦਈਏ ਤੇ ਉਹਦੀ पोटेंशियल ਯਕਦਮ ਰਾਈਜ਼ ਹੋ ਜਾਏਗੀ ਤੇ ਫਿਰ ਇਹਦਾ ਮਤਲਬ ਹੈ ਵਾ ਕਿ ਕੈਪੈਸਿਟਰ ਜਿਹੜਾ ਵਾ ਉਹਦੀ ਜ਼ਿਆਦਾ ਪੋਟੈਂਸ਼ੀਅਲ ਨਹੀਂ ਆ। ਇਹ ਲਗਭਗ ਇਸ ਤਰ੍ਹਾਂ ਕਹਿ ਸਕਦੇ ਆ ਕਿ ਤੁਸੀਂ ਕੈਰੀ ਕਰਨਾ ਵਾ ਵਾਟਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਠੀਕ ਹੈ, ਲੈਟ ਪੌਦਿਆਂ ਨੂੰ ਤੁਸੀਂ ਪਾਣੀ ਦੇ ਰਹੇ ਹੋ ਔਰ ਪੌਦਿਆਂ ਨੂੰ ਪਾਣੀ ਕਾਹਦੇ ਨਾਲ ਦੇ ਰਹੇ ਹੋ? ਇੱਕ ਛੋਟੀ ਜੀ ਪਿਆਲੀ ਲੈ ਲੈਂਦੇ ਹੋ, ਇੱਕ ਛੋਟਾ ਜਿਹਾ ਬਰਤਨ ਲੈ ਲੈਂਦੇ ਹੋ ਤੇ ਕਿੰਨੀ ਵਾਰ ਤੁਹਾਨੂੰ ਉਹਨੂੰ ਫਿਲ ਅਪ ਕਰਕੇ ਕਰਨਾ ਪਏਗਾ ਕਿਉਂਕਿ ਉਹ ਬਹੁਤ ਛੋਟਾ ਵਾ। ਥੋੜਾ ਜਿਹਾ ਹੀ ਭਰਦੇ ਹੋ, ਥੋੜਾ ਜਿਹਾ ਹੀ ਪਾਣੀ ਆਂਦਾ ਵਾ ਤੇ ਭਰ ਜਾਂਦਾ, ਥੋੜਾ ਹੀ ਪਾਣੀ ਆਂਦਾ ਤੇ ਭਰ ਜਾਂਦਾ, ਫਿਰ ਤੁਹਾਨੂੰ ਜ਼ਿਆਦਾ ਵੱਡੇ ਬਰਤਨ ਦੀ ਲੋੜ ਹੈ। ਇਹੀ ਕਾਰਨ ਹੀ ਜਿਹਦੇ ਕਰਕੇ ਤੁਹਾਡਾ ਵਨ ਆਫ ਦਾ ਕੈਪੈਸਿਟਰ ਜਿਹੜਾ ਫੇਲ ਹੋ ਗਿਆ। ਸਾਡੇ ਕੋਲ ਹੁਣ ਗੱਲ ਆਉਂਦੀ ਹੈ ਕੈਪੈਸਿਟਰ ਕਿੰਨੀ ਤਰ੍ਹਾਂ ਦੇ ਆ। ਠੀਕ ਹੈ, ਇੱਥੋਂ ਤੱਕ ਕਲੀਅਰ ਹੋ ਗਿਆ ਬੇਟਾ? ਸ਼ਾਬਾਸ਼। बेसिकली कैपेसिटर 3 तरह के है। सब तो पहला कैपेसिटर सी, मैं उहदी गल करदा जो जिस तरह बनया। सब तो पहला कैपेसिटर ही सफेरिकल। नंबर दूसरा पैरेलल प्लेट। ठीक है, ਇਹਦੇ ਵਿੱਚ ਦੋ ਪੈਰਲਲ ਪਲੇਟ ਸੀ ਤੇ ਨੰਬਰ ਤੀਸਰਾ ਸੀ ਸਿਲੈਂਡਰੀਕਲ। ठीक है, spherical, parallel plate and cylindrical। ਜਿਹਦੇ ਵਿੱਚੋਂ ਸਾਡੇ ਸਿਲੇਬਸ 'ਚ ਸਭ ਤੋਂ ਜ਼ਿਆਦਾ ਰੋਲ ਇਸ ਕੈਪੈਸਿਟਰ ਦਾ ਵਾ। ਸਫੈਰੀਕਲ ਕੈਪੈਸਿਟਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਬਾਅਦ ਵਿੱਚ ਇਹਦੀ ਡਰਾਬੈਕ ਦੇਖਦੇ ਇਹਨੂੰ ਆਪਾਂ ਡ੍ਰੌਪ ਵੀ ਕਰ ਦੇਣਾ, ਪਰ ਇਹ ਵੀ ਹੈ। ਸਿਲੈਂਡਰੀਕਲ ਕੈਪੈਸਿਟਰ ਜਿਹੜਾ ਵਾ ਸਾਡੇ ਸਿਲੇਬਸ 'ਚ ਨਹੀਂ ਆ, ਹਾਂ ਬਟ ਫਿਰ ਵੀ ਮੈਂ ਇਹਨੂੰ ਡਿਸਕਸ ਜ਼ਰੂਰ ਕਰਾਵਾਂਗਾ, ਛਡਾਣ ਨਹੀਂ ਲੱਗਾ ਮੈਂ, ਕਿਉਂਕਿ ਮੈਂ ਤੁਹਾਨੂੰ ਫਿਰ ਕਿਹਾ ਕਿ ਜਿਹੜੇ ਤੁਸੀਂ ਆ ਵਿਜ਼ੂਅਲ ਦੇਖਦੇ ਪਏ ਹੋ, ਮੇਰੀ ਗਰੰਟੀ ਹੈ ਤੁਸੀਂ ਜਿਹੜੀ ਮਰਜ਼ੀ ਬੁੱਕ 'ਚ ਦੇਖੋ, अगर ये कोई प्रॉब्लम निकलती है मैंने कमेंट करो, मैं उसका सोल्यूशन दूंगा तुहानू। वैसे तो निकलनी नहीं है, ठीक है। बुक तो हट के मैं खुद मेहनत करके पहला चीज़ नू देखदा, रीड करदा, समझदा, फिर तुहानू प्रॉपरली एक कदे ना कि बहुत वधिया चीज़ नाल पकवान बना के परोसना। मेरी पूरी कोशिश यही है कि कोई चीज़ वध ना जाए जिहदे नाल तुसीं कन्फ्यूज हो जाओ, तो कोई चीज़ घट ना जाए जिहदे च तुहाडे दिमाग च आ जाए कि सर ने आ चीज़ नू करवाया ही नहीं, ठीक है। सो 3 तरह के कैपेसिटर साडे कोल। कैपेसिटर हैज 3 टाइप्स, सफेरिकल, पैरेलल प्लेट, सिलेंड्रिकल। आप गल करते हैं सफेरिकल कैपेसिटर की।
ਔਰ ਮੈਂ ਤੁਹਾਨੂੰ ਹੁਣੇ ਇੱਕ ਗੱਲ ਕਹੀ ਕਿ ਜਿਹੜਾ ਸਾਡਾ ਕਪੈਸਿਟਰ ਹੈ ਉਹਨੂੰ ਆਪਾਂ ਇੱਕ ਪ੍ਰੋਪਰਟੀ ਦਿੰਨੇ ਆ, ਉਹਦਾ ਨਾਮ ਸੀ ਕਪੈਸਿਟੈਂਸ, ਤੇ ਕਪੈਸਿਟੈਂਸ ਦੇ ਐਸਆਈ ਯੂਨਿਟ ਕਿਹੜੇ ਸੀ? ਐਸਆਈ ਯੂਨਿਟ ਸੀ ਇਹਦੇ ਫੈਰਡ। ਤੇ ਮੈਂ ਉਸੇ ਵੇਲੇ ਕਹਿਤਾ ਸੀ ਕਿ ਫੈਰਡ ਤੇ ਪ੍ਰੈਕਟੀਕਲੀ ਹੁੰਦਾ ਹੀ ਨਹੀਂ ਆ, ਹੁੰਦਾ ਨਹੀਂ ਆ ਮਤਲਬ ਕਿ ਆਪਾਂ ਉਹਦਾ ਯੂਜ਼ ਨਹੀਂ ਕਰ ਸਕਦੇ। ਫੈਰਡ ਬਹੁਤ ਵੱਡਾ ਯੂਨਿਟ ਹੈ। ਕਿਉਂ ਵੱਡਾ ਯੂਨਿਟ ਔਰ ਕਿਉਂ ਕਿਹਾ ਮੈਂ ਤੁਹਾਨੂੰ ਉਹਨੂੰ ਦੱਸਣ ਲੱਗਾ। ਮੰਨ ਲਓ ਤੁਹਾਡੇ ਕੋਲ ਇੱਕ ਸਫੇਅਰ ਹੈ, ਓਕੇ, ਜਿਹਦਾ ਰੇਡੀਅਸ ਲੈਟ r ਹੈ, ਓਕੇ, ਔਰ ਉਸ ਸਫੇਅਰ ਦੇ ਉੱਤੇ ਤੁਸੀਂ ਪਲੱਸ q ਚਾਰਜ ਜਿਹੜਾ ਵਾ ਪੂਰੀ ਤਰ੍ਹਾਂ ਡਿਸਟ੍ਰੀਬਿਊਟ ਕੀਤਾ ਹੈ, ਫੁੱਲੀ the charge distribute on the sphere is plus q। और चार्ज डिस्ट्रीब्यूट ਕਰਨ ਨਾਲ ਤੁਹਾਨੂੰ ਪਤਾ ਨਾ ਕਿਸੇ ਕੰਡਕਟਰ ਨੂੰ ਚਾਰਜ ਦੇ ਦਈਏ ਤੇ ਉਹਦੀ ਪੋਟੈਂਸ਼ੀਅਲ ਰਾਈਜ਼ ਕਰ ਜਾਂਦੀ ਆ। ਇਹਦੇ ਨਾਲ ਕੀ ਹੋ ਗਿਆ, ਇਹਦੀ ਪੋਟੈਂਸ਼ੀਅਲ ਰਾਈਜ਼ ਕਰ ਗਈ ਔਰ ਇਹਦੀ ਪੋਟੈਂਸ਼ੀਅਲ ਵੱਧ ਕੇ ਹੋ ਗਈ 0 ਤੋਂ ਹੋ ਗਈ v। ਠੀਕ ਹੈ, ਸੋ ਸਾਡੇ ਕੋਲ ਕਪੈਸਿਟੈਂਸ ਦਾ ਫਾਰਮੂਲਾ ਕੀ ਆ? ਕਪੈਸਿਟੈਂਸ ਦਾ ਫਾਰਮੂਲਾ ਹੈਗਾ c q v। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਸਾਡਾ ਸਫੈਰਿਕਲ ਕਪੈਸਿਟਰ ਹੈ, ਇਹ ਸਫੇਅਰ ਹੈ ਜਿਹੜਾ, ਇਹਦੀ ਜਿਹੜੀ ਕਪੈਸਿਟੈਂਸ ਉਹ ਕਾਹਦੇ ਬਰਾਬਰ ਹੋਈ? ਉਹ ਹੋਈ q/v। ਕਲੀਅਰ? from the definition of v, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਕੀ ਸੀ? ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਦੇ ਅਨੁਸਾਰ ਫਾਰਮੂਲਾ ਹੀ ਕਿ ਅਗਰ ਇਸ ਸਰਫੇਸ ਦੇ ਉੱਤੇ ਮੈਂ ਪਤਾ ਕਰਨਾ ਕਿ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ v ਦੀ ਵੈਲਿਊ ਕਿੰਨੀ ਆ ਫਰੋਮ ਇਟਸ ਸੈਂਟਰ, ਤੇ ਕਿੱਦਾਂ ਪਤਾ ਕਰਾਂਗਾ? ਉਹ ਹੈ 1/4 ਪਾਈ ਐਪਸਾਈਲਨ ਨੋਟ, 1/4 ਪਾਈ ਐਪਸਾਈਲਨ ਨੋਟ the charge divided by distance। ਇਹੀ ਫਾਰਮੂਲਾ ਹੁੰਦਾ, ਇਹੀ ਫਾਰਮੂਲਾ ਆਪਾਂ ਪੜ੍ਹ ਕੇ ਆਏ ਆ। ਮੈਂ ਪਹਿਲਾਂ ਵੀ ਬਾਰ-ਬਾਰ ਕਿਹਾ, ਦੇਖੋ ਬੇਟਾ ਇੱਕ ਚੀਜ਼ ਮੈਂ ਜ਼ਰੂਰ ਬੋਲ ਦਾਂਗਾ ਤੁਹਾਨੂੰ, ਤੁਸੀਂ ਕਿਤੇ ਵੀ ਪੜ੍ਹਦੇ ਹੋ, ਕਿਸੇ ਵੀ ਤਰ੍ਹਾਂ ਦੀ ਬੁੱਕ ਕਰਦੇ ਪਏ ਹੋ, ਇੱਕ ਇਹਦੇ ਚ ਸਭ ਤੋਂ ਜੋ ਕਨਕਲੂਡਡ ਚੀਜ਼ ਆ ਫਿਜ਼ਿਕਸ ਦੇ ਵਿੱਚ, ਪਹਿਲਾ ਚੈਪਟਰ ਪੜ੍ਹੋ, ਫਿਰ ਦੂਸਰਾ, ਫਿਰ ਤੀਸਰਾ, ਫਿਰ ਚੌਥਾ, ਫਿਰ ਪੰਜਵਾਂ। ਕਪੈਸਿਟੈਂਸ ਪੂਰੇ ਦੇ ਪੂਰੇ ਯੂਨਿਟਾਂ ਦੇ ਵਿੱਚੋਂ ਇਹ ਸਭ ਤੋਂ ਪੂਰੇ ਦੇ ਪੂਰੇ ਚੈਪਟਰ ਚੋਂ ਸਭ ਤੋਂ ਵਧੀਆ ਚੈਪਟਰ ਹੈ, ਸਿੰਪਲ ਹੈ ਨਾ, ਸੌਖਾ ਮੇਰੇ ਹਿਸਾਬ ਨਾਲ। ਪਰ ਅਗਰ ਤੁਸੀਂ ਪਹਿਲੇ 4 ਚੈਪਟਰ ਨਹੀਂ ਪੜ੍ਹੇ ਦੇ ਤੇ ਇਹ ਤੁਹਾਨੂੰ 4 ਗੁਣਾ ਔਖਾ ਲੱਗੇਗਾ। ਸੋ ਪਹਿਲੇ 4 ਚੈਪਟਰਸ ਨੂੰ ਜ਼ਰੂਰ ਪੜ੍ਹ ਲਓ। ਅਗਰ ਉਹਨਾਂ 'ਚ ਉਹ ਤੁਸੀਂ ਪੜ੍ਹ ਕੇ ਨਹੀਂ ਆ ਰਹੇ ਤੇ ਇਹਦੇ 'ਚੋਂ ਕਾਫੀ ਚੀਜ਼ਾਂ ਤੁਹਾਨੂੰ ਸਮਝ ਨਹੀਂ ਆਉਣੀਆਂ। ਸੋ ਸਟੱਡੀ ਅਜੇ ਵੀ ਕੋਈ ਇਹ ਨਹੀਂ ਹੈ ਕਿ ਕੁਝ ਸਟੂਡੈਂਟ ਜੇ ਆ ਸੋਚਦੇ ਪਏ ਆ ਕਿ ਨਹੀਂ ਮੈਂ ਤੇ ਲੈਕਚਰ ਲੇਟ ਸ਼ੁਰੂ ਕੀਤੇ ਆ, ਮੈਂ ਪੜ੍ਹਾਈ ਲੇਟ ਸ਼ੁਰੂ ਕੀਤੀ। ਇਸ ਤਰ੍ਹਾਂ ਨਹੀਂ ਆ। 1 ਈਅਰ ਬਹੁਤ ਇਨਫ ਟਾਈਮ ਹੁੰਦਾ, 1 ਸਾਲ ਬਹੁਤ ਟਾਈਮ ਹੁੰਦਾ। ਅਗਰ ਤਰੀਕੇ ਨਾਲ ਸਟੱਡੀ ਕੀਤੀ ਜਾਏ ਤੇ 1 ਸਾਲ ਦੀ ਟਾਈਮਿੰਗ ਬੇਟਾ ਬਹੁਤ ਹੈ। ਪ੍ਰੋਬਲਮ ਸਿਰਫ ਕਿੱਥੇ ਆ? ਪ੍ਰੋਬਲਮ ਹੈ ਤੁਹਾਡੇ ਕੋਲ ਕਿ ਤੁਸੀਂ ਦੇਖੋ ਦੇਖੀ ਕਰਦੇ ਹੋ, ਕਿਸੇ ਨੂੰ ਦੇਖ ਲਿਆ ਉਹ ਗਾਹ ਨਿਕਲਿਆ। ਇਸ ਤਰ੍ਹਾਂ ਨਹੀਂ ਹੈ, ਜੋ ਤੁਸੀਂ ਪੜ੍ਹਨਾ। ਤੇ ਜੇ ਤੁਸੀਂ ਸਟੱਡੀ ਕਰਨਾ ਹੀ ਚਾਹੁੰਦੇ ਹੋ ਤੇ ਬੁੱਕ ਨੂੰ ਫੋਲੋ ਕਿਉਂ ਨਹੀਂ ਕਰਦੇ? ਮੈਂ ਤੇ ਪਹਿਲੇ ਦਿਨ ਤੋਂ ਹੀ ਕਹਿ ਰਿਹਾ, ਪਹਿਲਾ ਬੁੱਕ ਅਗਰ ਤੁਹਾਡੇ ਕੋਲ ਕੁਝ ਨਹੀਂ ਹੋ ਰਿਹਾ ਫਿਰ ਤੁਸੀਂ ਕਿਸੇ ਨੂੰ ਫੋਲੋ ਕਰੋ, ਫਿਰ ਤੁਸੀਂ ਕੋਈ ਟਿਊਟੋਰੀਅਲ ਦੇਖੋ, ਫਿਰ ਤੁਸੀਂ ਕਿਸੇ ਨੂੰ ਲੱਭੋ। ਠੀਕ ਹੈ, ਮੈਂ ਇੱਕ ਪ੍ਰੋਬਲਮ ਦਾ ਸੋਲੂਸ਼ਨ ਦਿਆਂਗਾ, ਬਸ਼ਰਤੇ ਤੁਸੀਂ ਵੀ ਤੇ ਮਿਹਨਤ ਕਰੋ, ਤੁਸੀਂ ਵੀ ਤੇ ਨੋਟਸ ਬਣਾਓ, ਤੁਸੀਂ ਪ੍ਰੋਬਲਮ ਸੋਚੋ। ਠੀਕ ਹੈ, ਓਕੇ। ਸੋ ਪੋਟੈਂਸ਼ੀਅਲ ਦੀ ਵੈਲਿਊ ਕੀ ਹੋਗੀ? ਜੋ ਗਿਵਨ ਹੈ ਇਹ ਤੁਹਾਨੂੰ ਫਾਰਮੂਲਾ ਔਰ ਸਾਰੇ ਫਾਰਮੂਲੇ ਯਾਦ ਹੋਣੇ ਚਾਹੀਦੇ ਆ, ਜਿੰਨੀ ਕੁ ਮਿਹਨਤ ਹੁਣ ਤੁਸੀਂ ਕਰ ਚੁੱਕੇ ਹੋ। ਸੋ ਵੈਲਿਊ ਨੂੰ ਤੁਸੀਂ ਇੱਥੇ ਫਿਲ ਕਰਤਾ, ਜਿੱਦਾਂ ਵੈਲਿਊ ਇੱਥੇ ਫਿਲ ਕੀਤੀ c q 1/4 ਪਾਈ ਐਪਸਾਈਲਨ ਨੋਟ q/r। ਇਹ q ਨਾਲ q ਕੱਟਿਆ ਗਿਆ, ਕੈਪੈਸਿਟੈਂਸ ਕਾਦੇ ਬਰਾਬਰ ਆ ਗਈ 4 ਪਾਈ ਐਪਸਾਈਲਨ ਨੋਟ r ਜਿਹੜਾ ਵਾ ਉੱਪਰ ਚਲਾ ਗਿਆ। ਸੋ ਇਹ ਫਾਰਮੂਲਾ ਕੀ ਆ ਗਿਆ? ਇਹ ਫਾਰਮੂਲਾ ਆ ਗਿਆ ਕੈਪੈਸਿਟੈਂਸ ਆਫ ਐਨੀ ਸਫੈਰਿਕਲ कंडक्टर और कैपेसिटर हैविंग रेडियस r। किसी भी प्रकार का अगर कैपेसिटर जेड़ा वा सफेरिकल है तो बस तुहानू रेडियस की वैल्यू पता होनी चाहिए है। इत्थों एक चीज़ होर भी क्लीयर हुई कि तुहाडी कैपेसिटेंस जिहड़ी आ वो 2 चीज़ों के उत्ते डिपेंड करे करती है। वो 2 चीज़ां की है? पहली चीज़ है एप्सिलॉन नॉट। अगर कोई तो चलो एप्सिलॉन नॉट तुहानू वैक्यूम नू रिप्रेजेंट करता है ना, फ्री स्पेस नू। अगर मान लो ਇਹਦੀ ਜਗ੍ਹਾ ਐਪਸਾਈਲਾ ਹੁੰਦਾ ਔਰ ਐਪਸਾਈਲਾ ਕੀ ਦਿੰਦਾ ਤੁਹਾਡੇ ਕੋਲ? ਕਿਸੇ ਵੀ ਮੀਡੀਅਮ ਦੇ ਵਿੱਚ ਵੈਲਿਊ ਦਿੰਦਾ ਵਾ, ਐਬਸੋਲੂਟ ਪਰਮਿਟਿਵਿਟੀ ਆਫ ਦਾ ਮੀਡੀਅਮ ਦੀ ਵੈਲਿਊ ਦਿੰਦਾ ਵਾ, ਤੇ ਉਹ ਵੈਲਿਊ ਫਿਲ ਕਰ ਦੇ।
ਤੇ ਦੂਸਰੀ ਚੀਜ਼ ਹੈਗੀ ਆ ਰੇਡੀਅਸ। ਇਹ ਦੋਵਾਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਤੁਹਾਡਾ ਕਪੈਸਿਟੈਂਸ। ਰੇਡੀਅਸ ਜਿੰਨਾ ਜ਼ਿਆਦਾ ਵੱਡਾ ਹੋਏਗਾ ਉਨੀ ਹੀ ਜ਼ਿਆਦਾ ਕਪੈਸਿਟੈਂਸ ਹੋਏਗੀ। ਹੁਣ ਆਪਾਂ ਇੱਕ ਜਰਨਲ ਜੀ ਗੱਲ ਕਰਦੇ ਹਾਂ। ਲੈਟ ਮੰਨ ਲਓ ਸਾਡੇ ਕੋਲ ਇੱਕ ਰੇਡੀਅਸ ਆ ਗਿਆ 1 ਮੀਟਰ ਦਾ, ਹੈ ਨਾ। 1 ਮੀਟਰ ਨੀਅਰ ਅਬਾਊਟ ਆਪਾਂ ਇੰਨਾ ਕਹਿ ਦਿੰਦੇ ਹਾਂ, ਠੀਕ ਹੈ। 1 ਮੀਟਰ, ਹੁਣ 1 ਮੀਟਰ ਦਾ ਰੇਡੀਅਸ ਕੀ ਹੋਏਗਾ? ਇਹ 1 ਮੀਟਰ ਹੈ ਮੰਨ ਲਓ, ਠੀਕ ਹੈ। ਤੇ 1 ਮੀਟਰ ਦਾ ਰੇਡੀਅਸ, 1 ਮੀਟਰ ਦਾ ਜਿਹੜਾ ਸਫੇਅਰ ਆ ਕਿੰਨਾ ਵੱਡਾ ਹੋਏਗਾ ਨਾ। ਆਪਾਂ ਇਹਦੀ ਵੈਲਿਊ ਭਰਦੇ ਹਾਂ ਤੇ ਕਪੈਸਿਟੈਂਸ ਕੱਢਦੇ ਹਾਂ। ਇੱਥੇ ਕਰ ਲਾਂ 4 ਪਾਈ ਐਪਸਿਲਨ ਨੋਟ। ਤੁਹਾਨੂੰ ਪਤਾ 1/4 ਪਾਈ ਐਪਸਿਲਨ ਨੋਟ ਦੀ ਵੈਲਿਊ ਹੁੰਦੀ ਆ 9 × 10 ਰੇਜ਼ ਟੂ ਦੀ ਪਾਵਰ 9। ਤੇ ਜਦੋਂ ਆਪਾਂ ਕੱਢਿਆ 4 ਪਾਈ ਐਪਸਿਲਨ ਨੋਟ ਤੇ ਇਹਦੀ ਵੈਲਿਊ ਹੋ ਗਈ ਰੈਸੀਪ੍ਰੋਕਲ ਚ, ਤੇ ਇਹ ਤੁਹਾਡੇ ਕੋਲ ਆ ਗਿਆ ਬੇਟਾ 1/9 upon 10 raised to the power 9, ठीक है। 1/9 upon 10 raised to the power 9 ਇਹੀ ਬਣਿਆ ਨਾ। ਹਾਂ, ਤੇ ਇੱਥੇ ਤੁਸੀਂ ਇਹਦੀ ਵੈਲਿਊ 1/9 × 10 raised to the power 9 ਪਰ ਹੈ। ਤੇ ਰੇਡੀਅਸ, ਲੈਟ ਰੇਡੀਅਸ ਮੈਂ ਤੁਹਾਨੂੰ ਕਿਹਾ ਕਿ ਲੈਟ ਰੇਡੀਅਸ ਜਿਹੜਾ ਵਾ ਉਹ ਆਪਾਂ 1 ਮੀਟਰ ਲਿਆ। ਸੋ ਰੇਡੀਅਸ 1 ਮੀਟਰ ਹੋਇਆ ਤੇ ਇੱਥੇ 1 ਆ ਗਿਆ, ਸੋ ਵੈਲਿਊ ਸੇਮ ਹੀ ਆ ਗਈ, ठीक है ना। इस फार्मूले च ਆਪਾਂ वैल्यू भरी फॉर फाइंडिंग द कैपेसिटेंस ऑफ a sphere having radius 1 मीटर। सो ਇਹ वैल्यू ਨੂੰ ਸੋल्व ਕਰ ਲਈਏ। ਇੱਥੇ ਮੈਂ 10 ਲਗਾਤਾ, ਇਹ वैल्यू होगी 10 ਦੀ ਪਾਵਰ 10। ਇਹਨੂੰ ਡਿਵੀਜ਼ਨ ਕਰਤੀ, ਡਿਵੀਜ਼ਨ ਕੀਤੀ ਤੇ ਆ ਗਿਆ ਤੁਹਾਡੇ ਕੋਲ 1 ਫਿਰ 1 ਬਚ ਗਿਆ 1 ਸੋ ਹੋ ਜਾਏਗਾ 10 रेज टू दी पावर -10 की आया फैरड। क्या बात है। ए कैपेसिटेंस आई एक ਇਹੋ ਜਿਹੇ ਸਫੇਅਰ ਦੀ ਜਿਹਦਾ ਰੇਡੀਅਸ 1 ਮੀਟਰ ਹੀ, ਜੋ ਕਿ 10 रेज टू दी पावर -10 ਹੈ। और अगर मैं माइक्रोफैरड यानी कि 10 ਦੀ ਪਾਵਰ -6 ਦੇ ਹਿਸਾਬ ਨਾਲ ਇਹਨੂੰ ਕਵਰ ਕਰਾਂ ਤੇ ਆ ਜਾਂਦਾ 1.1 × 10 रेज टू दी पावर -4 ਮਾਈਕਰੋਫੈਰਡ, क्योंकि -6 ਤੇ ਤੁਹਾਡੇ ਮਾਈਕਰੋ ਚ ਕਵਰ ਹੋ ਗਏ ਨਾ। ਇਟ ਮੀਨਸ ਕਿ ਇਹ ਤੇ ਬਹੁਤ ਹੀ ਛੋਟੀ ਕਪੈਸਿਟੈਂਸ ਆਈ ਆ ਕਿ ਇਹ ਸਫੈਰਿਕਲ ਕਪੈਸਿਟਰ ਦੀ, ਜੋ ਕਿ ਵੈਲਿਊ ਬਹੁਤ ਛੋਟੀ ਹੈ। ਇਹ ਕਪੈਸਿਟੈਂਸ ਬਹੁਤ ਛੋਟੀ ਹੈ, ਠੀਕ ਹੈ। ਇਹ ਤਾਂ ਸਮਝ ਆ ਗਿਆ। ਇੱਥੇ ਇਹ ਪਤਾ ਚੱਲਦਾ ਪਿਆ ਕਿ ਤੁਹਾਡਾ ਜਿਹੜਾ ਰੇਡੀਅਸ 1 ਮੀਟਰ ਮੰਨ ਲਓ ਮੈਨੂੰ ਕਵਰ ਕਰ ਜੂਗਾ, ਐਡਾ ਜ਼ਿਆਦਾ 1 ਮੀਟਰ ਹੈ। ਓਡਾ ਵੱਡਾ ਵੀ ਕਪੈਸਿਟਰ ਲੈ ਲੈਂਦੇ ਆ ਤਾਂ ਵੀ ਤੁਹਾਡੀ ਕਪੈਸਿਟੈਂਸ ਬਹੁਤ ਘੱਟ ਆਉਂਦੀ ਹੈ। ਫਿਰ ਇਹ ਕਿਸ ਤਰ੍ਹਾਂ ਸਾਡੀ ਕਪੈਸਿਟੈਂਸ ਵੱਧਦੀ ਹੈ ਇਹਦੀ ਗੱਲ ਕਰਦੇ ਹਾਂ। ਇਹ ਤੱਕ ਸਮਝ ਆ ਗਿਆ, ਨੋਟੀਫਾਈ ਹੋ ਗਿਆ। ਮੈਂ ਕੀ ਦੱਸਿਆ? ਮੈਂ ਤੁਹਾਨੂੰ ਦੱਸਿਆ ਕਿ ਸਫੈਰਿਕਲ ਕਪੈਸਿਟਰ ਦੀ ਕਪੈਸਿਟੈਂਸ ਦਾ ਫਾਰਮੂਲਾ ਕੀ ਹੈ, ਫਾਈਂਡ ਆਊਟ ਕੀਤਾ। ਫਿਰ ਮੈਂ ਤੁਹਾਨੂੰ ਕਿਹਾ ਵੀ ਲੈਟ ਮੰਨ ਲਓ ਸਾਡੇ ਕੋਲ ਰੇਡੀਅਸ 1 ਮੀਟਰ ਹੈ ਤੇ ਵੈਲਿਊ ਭਰ ਕੇ ਦੇਖੀ ਤੇ ਕਪੈਸਿਟੈਂਸ ਕੱਢ ਲਈ ਅਸੀਂ, ਜੋ ਕਿ ਬਹੁਤ ਹੀ ਛੋਟੀ ਵੈਲਿਊ ਆਈ। ਇੰਨੀ ਛੋਟੀ ਵੈਲਿਊ ਕਿ ਇਹੋ ਜਿਹਾ ਕਪੈਸਿਟਰ ਯੂਜ਼ ਕਰਨ ਯੋਗ ਨਹੀਂ ਹੋਏਗਾ, ਕਿਉਂਕਿ ਇਹ ਸਿਰਫ ਔਰ ਸਿਰਫ ਵੇਸਟੇਜ ਆਫ ਮਨੀ ਹੋਏਗਾ। लो अगर मान लो मैं ये थोड़ा बदलाव करा तो मैं करना कि क्यों ना मैं इहो जिहा कैपेसिटर लभदा जिहदी कैपेसिटेंस 1 फैरड होए इससे फार्मूले ते ओदा रेडियस कितना होएगा ओदी गल करते हैं। कैपेसिटेंस शुड बी 1 फैरड। मैं क्यों कहा ही कि 1 फैरड की कैपेसिटेंस नहीं हो सकती, क्यों कहा ही ओदा जवाब इत्थे पाता आप 1 फैरड यो 1 आ गया 4 पाई एप्सिलॉन नॉट ते रेडियस ते पता करना, जेड़ी चीज पता करनी है उत्थे रहन ता ए वैल्यू इधर रहन दी 1/4 पाई एप्सिलॉन नॉट इज इक्वल टू r। 1/4 पाई एप्सिलॉन नॉट की है 1/4 पाई एप्सिलॉन नॉट है 9 × 10⁻⁹ तेरे यूनिट की है रेडियस है ते यूनिट मीटर ही होंगे, ऐसा यूनिट मीटर है। इट मींस कि तुहाडे कोल एक स्फेरिकल कैपेसिटर जिहदी कैपेसिटेंस 1 फैरड होए ओदा रेडियस होएगा 9 × 10⁻⁹ मीटर। और मैं तुहानू प्रैक्टिकल दसना चाहना कि साडी अर्थ जिदे उत्ते आ कैपेसिटर बारे आपां सोचदे पे हां ओदा ही रेडियस लगभग 6400 किलोमीटर या फिर
6.4 into 10 रेस टू दी पावर 6 है हाँ मीटर के करीब है। यह वैल्यू वड्डी है क्या वड्डी है? यह वैल्यू किते वड्डी है? क्या अर्थ दे उत्ते इन्ना वड्डा सफेयर आपां कैरी कर सकते हैं? नहीं किया जा सकता। इट मीन्स कि देयर इज नो कैपेसिटर which have capacitance up to 1 farad. It is impossible. So मैं स्टार्ट इसे करके ਤੁਹਾਨੂੰ कहता ही कि एक इंफैरड सिर्फ साडी स्टडी ਦੇ ਵਿੱਚ शायद डेफिनेशन ਚ यूनिट ਆਣਗੇ पर प्रैक्टिकली ਇਹਨਾਂ ਦਾ ਕੋਈ ਵਜੂਦ ਨਹੀਂ ਆ ਕਿਉਂਕਿ ਇਹ ਬਹੁਤ ਵੱਡੇ यूनिट ਹੈ। ਆਪਾਂ ਹਰ ਨੂਮੈਰੀਕਲ ਚ ਹਰ ਜਗ੍ਹਾ ਦੇ ਉੱਤੇ यूनिट यूज ਕਰਾਂਗੇ ਮਾਈਕਰੋਫੈਰਡ क्योंकि एडा ਵੱਡਾ रेडियस ਦਾ कोई भी सफेयर हो नहीं सकता और सफेरिकल कैपेसिटर कामयाबी नहीं है। हुण अगे आपां अगले लैक्चर इस चीज़ की गल करांगे कि सफेरिकल कैपेसिटर कामयाब क्यों नहीं है, पैरेलल प्लेट कैपेसिटर की है, इन्हां दे पिछे की प्रिंसीपल है, क्यों कैपेसिटर इन्ना वड्डे लार्ज अमाउंट का कैपेसिटेंस स्टोर कर लैंदा। क्योंकि अगर एडा वड्डा सफेरिकल कैपेसिटर जिहदा रेडियस 1 मीटर ही उहदी कैपेसिटेंस साडे काम नहीं आई तो फिर साडे घरां दे विच छोटे छोटे माइक्रो जे जिहड़े कैपेसिटर है वो क्यों यूज करे करते हैं, किस तरह यूज करे करते हैं, की प्रिंसीपल है, ਉਹਦੇ ਪਿੱਛੇ ਕੀ ਲੌਜੀਕ ਹੈ कि इन्ने लार्ज अमाउंट ऑफ चार्ज ਨੂੰ ਅਸੀਂ किस तरह स्टोर कर सकते हैं। सो बेटा जी आज का लैक्चर इत्थे तक ही खत्म करते हैं पर एक बार फिर ਤੁਹਾਨੂੰ मैसेज देना कि कंटिन्यू रखो स्टडीज़ ਨੂੰ, ਤੁਹਾਨੂੰ कोई भी चीज़ छड़ाई नहीं जा रही, मेरे वालों सारा का सारा कंप्लीट करवाया जाएगा। मेरा ख्याल है कि 15 दिन मिनीमम होर इस तरह के हैगे ने जिहदे विच तुहाडी क्लासेस जिहड़ियां ऑनलाइन रहणगीਆਂ। सो ज़्यादा तेजी करने की जरूरत नहीं है, कुछ स्टूडेंट थोड़ा ईगरनेस आ जाते हैं, पूरा टाइम पे ठीक है। अगर इस बार एग्जाम लेट हो रहा तो डेफिनेटली नैक्सट टाइम भी एग्जाम लेट ही होने आ, वो पहला थोड़ा हो जाने आ, सबनों पता वा कि एग्जाम की टाइमिंग्स अगे है। बस सिर्फ यह बोलदा कि किताबी कीड़े बनने का इको ही तरीका वा कि तुहानूं किताब 'च सारी चीज़ आनी चाहिए, ना कि तुसीं लिख के रख लो। ठीक है, मैं अज तुहानूं सारे नोट्स दे दांगा पर नोट्स लिख के की करोगे, कल्ले लिखण नाल गल नहीं बनती, तुहानूं चीज़ समझ आनी चाहिए। ठीक है, कुछ स्टूडेंट ने भी कहा कि सर टैसट रख लो, टैसट रखण नाल स्टूडेंट का पता चल जाएगा कि किन्ने आ रहा किन्ने नहीं। बेटा ऐसे पता की गल की आ, तुसीं मैं तुहानूं कहा सिर्फ खुश होकर स्टडी करो, टैसट आने वाले टाइम दे विच तुहाडे किसी ना किसी तरीके नाल लै जाणगे। पर टैसट मैं तां नहीं रखदा क्योंकि अगर एक रेस दे विच 20 जने दौड़ते पे होण तो कुछ इस तरह भी हो जाता कई बार कि 4-5 जने जिहड़े रेस विच लेट एंटर होए ने वो उस रेस नूं पूरी तरह जितना दा मन ही छड्ड जाणगे जदों आपां टारगेट नूं नेड़े कर देंगे। मतलब जदों मैं टैसट दे देंगा कुछ स्टूडेंट जिहड़े हुणे नेड़े आए ने जिन्होंने हुणे रेस ज्वाइन की है उन्हां लई मुश्किल हो जाएगी। सो इस करके खुश रहो, कोशिश करो कि खुश होकर पढ़ाई करिए। मैं तुहानूं छड़ांदा कुछ नहीं पर यह जिन्ना भी काम तुहानूं करवाया जांदा वा उहदे रिगार्डिंग एक दूजे नाल डिस्कस जरूर कराया करो। ठीक है, बाकी रही गल जे तुहानूं लगदा वा कि यह चीज़ सफिशेंट नहीं है, कोई सुझाव देना वा तो मेरे नाल गल करो। वैसे तो मैं अपने तो वध चीज़ करवाने की कोशिश करता और मैनूं पता वा कि मेरे स्टूडेंट्स जिहड़े सारा कुछ कवर करनगे। ठीक है बेटा, ओके।